ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਇਨਸਾਈਟਸ ਵਿਦ ਵਿਸ਼ਾਲ ਸੂਦ। ਇਸ ਪ੍ਰੋਗਰਾਮ 'ਚ ਚਰਚਾ ਕਰਦੇ ਹਾਂ ਪੰਜਾਬ ਦੇਸ਼ ਤੇ ਦੁਨੀਆ ਦੇ ਸਭ ਜ਼ਰੂਰੀ ਮੁੱਦਿਆਂ ਦੀ ਤੇ ਕਰਦੇ ਹਾਂ ਉਹਨਾਂ ਦਾ ਐਨਾਲਿਸਿਸ ਤੇ ਦੱਸਦੇ ਹਾਂ ਕੀ ਇੰਪੋਰਟੈਂਟ ਹੈ ਸਾਡੇ ਲਈ, ਜੋ ਸਾਨੂੰ ਪ੍ਰਭਾਵਿਤ ਕਰਦਾ ਹੈ ਸਿੱਧੇ ਜਾਂ ਅਸਿੱਧੇ ਤੌਰ ਤੇ। ਸਾਡੇ ਨਾਲ ਇਸ ਪ੍ਰੋਗਰਾਮ 'ਚ ਹਮੇਸ਼ਾ ਹੁੰਦੇ ਨੇ ਵਿਸ਼ਾਲ ਸੂਦ ਜੀ। ਵੈਲਕਮ ਸਰ। ਥੈਂਕ ਯੂ ਅਮਨ। ਸਰ, ਪੰਜਾਬ ਦੇ ਇਨਵਾਇਰਨਮੈਂਟ ਦੀ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਤੇ ਸਾਰੇ ਪੰਜਾਬੀ ਗੱਲ ਕਰਦੇ ਆ। ਅਸੀਂ ਦੇਖਦੇ ਹਾਂ ਕਿ ਸਾਡੀਆਂ ਨਦੀਆਂ ਨਹਿਰਾਂ ਉਹ ਦੂਸ਼ਿਤ ਹੁੰਦੀਆਂ ਜਾ ਰਹੀਆਂ, ਪੰਜਾਬ ਦੀ ਮਿੱਟੀ ਦੂਸ਼ਿਤ ਹੁੰਦੀ ਜਾ ਰਹੀ ਹੈ, ਹਵਾ ਦੂਸ਼ਿਤ ਹੁੰਦੀ ਜਾ ਰਹੀ ਹੈ ਤੇ ਕਿਤੇ ਨਾ ਕਿਤੇ ਸਰਕਾਰ ਨੂੰ ਵੀ ਇਹਦਾ ਫਿਕਰ ਹੈ ਤੇ ਇੱਕ ਕਮੇਟੀ ਬਣਾਈ ਗਈ ਹੈ ਇਹਦੀ ਜਾਂਚ ਲਈ। ਦੇਖੋ, ਇਹ ਸੀਐਮ ਭਗਵੰਤ ਮਾਨ ਜੀ ਨੇ ਇੱਕ ਬਹੁਤ ਵਧੀਆ ਇਨੀਸ਼ੀਏਟਿਵ ਅਨਾਉਂਸ ਕੀਤਾ ਹੈ ਕਿ ਬਈ ਜਿਹੜਾ ਇਨਵਾਇਰਨਮੈਂਟ ਹੈ ਉਹ ਇੱਕ ਟੌਪ ਪ੍ਰਾਇੋਰਟੀ ਬਣਾਉਣਾ ਪਏਗਾ ਜੀ। ਲਾਸਟ ਈਅਰ ਦੀ ਖਬਰ ਕੀ ਸੀ ਕਿ ਪਿਛਲੇ 20 ਸਾਲਾਂ ਦੀ ਲੋਐਸਟ ਪ੍ਰੋਡਕਟਿਵਿਟੀ ਇਨ ਪੰਜਾਬ ਜੀ, ਤੇ ਇਹ ਸਟਾਰਟਿੰਗ ਪੁਆਇੰਟ ਹੈ। ਪਾਣੀ ਸਾਡਾ ਕਈ ਥਾਵਾਂ ਤੇ 600 ਫੁੱਟ ਤੇ ਪਾਣੀ ਪਹੁੰਚ ਗਿਆ ਹੈ ਜੀ, ਰਾਈਟ। ਦੀ ਕਾਸਟ ਆਫ ਟੇਕਿੰਗ ਆਊਟ ਵਾਟਰ ਇਜ਼ ਵੈਰੀ ਹਾਈ। ਉਸ ਤੋਂ ਬਾਅਦ ਸਾਡੀਆਂ ਨਦੀਆਂ ਦੇ ਵਿੱਚ ਜਿਹੜਾ ਪੋਲਿਊਸ਼ਨ ਲੈਵਲ ਹੈ, ਜਿਹੜੀਆਂ ਸਾਡੇ ਸ਼ਹਿਰਾਂ ਦੇ ਵਿੱਚੋਂ ਜਿਹੜਾ ਅਨਚੈਕਡ ਜਿਹੜੀਆਂ ਵੀ ਇੰਡਸਟਰੀ ਨੇ ਅਨਚੈਕਡ ਤਰੀਕੇ ਨਾਲ ਉਹਨਾਂ ਨਦੀਆਂ ਦੇ ਵਿੱਚ ਆਪਣਾ ਜਿਹੜੇ ਪੋਲਿਊਟੈਂਟਸ ਨੇ ਉਹ 'ਚ ਪਾਉਂਦੀਆਂ ਪਈਆਂ ਜੀ, ਰਾਈਟ। ਉਸ ਤੋਂ ਬਾਅਦ ਜਿਹੜਾ ਸਾਡੀ ਅਨਮੈਨੇਜਡ ਯੂਰੀਆ ਤੇ ਫਰਟੀਲਾਈਜ਼ਰਸ ਦੀ ਜਿਹੜੀ ਖਪਤ ਹੈ ਉਹਨੇ ਸਾਡੀਆਂ ਜ਼ਮੀਨਾਂ ਦੇ ਵਿੱਚ ਹੋਰ ਇੱਕ ਟੌਕਸਿਸਿਟੀ ਪੈਦਾ ਕਰਤੀ ਹੈ ਤੇ ਇੱਕ ਕੰਪਰੀਹੈਂਸਿਵ ਪਲਾਨ ਬਣਾਉਣ ਦੀ ਲੋੜ ਹੈ। ਜਿਵੇਂ ਸਾਡੇ ਆਨਰੇਬਲ ਮੈਂਬਰ ਪਾਰਲੀਮੈਂਟ ਸੀਚੇਵਾਲ ਜੀ, ਹੀ ਇਜ਼ ਐਨ ਇਨਵਾਇਰਨਮੈਂਟਲਿਸਟ ਜੀ। ਸੋ ਇਫ ਸਮਨ ਆਫ ਹਿਸ ਕੈਲੀਬਰ ਐਂਡ ਹਿਸ ਪੈਸ਼ਨ, ਉਸ ਲੈਵਲ ਦੇ ਬੰਦਿਆਂ ਦੇ ਅੰਡਰ ਜੇ ਆਪਾਂ ਇੱਕ ਕਮੇਟੀ ਬਣਾਈ ਜਾਵੇ ਤੇ ਇਨਸ਼ੋਰ ਕੀਤਾ ਜਾਵੇ ਕਿ ਵੀ ਕਿਵੇਂ ਸਸਟੇਨੇਬਲ ਤਰੀਕੇ ਨਾਲ ਤਰੱਕੀ ਕਰਨੀ ਆ ਇਨਵਾਇਰਨਮੈਂਟ ਨੂੰ। ਜਰਨਲੀ ਜਦੋਂ ਇਨਵਾਇਰਨਮੈਂਟਲ ਪਾਲਿਸੀਜ਼ ਕਈ ਵਾਰੀ ਇਸ ਤਰ੍ਹਾਂ ਇੰਪਲੀਮੈਂਟ ਕੀਤੀਆਂ ਜਾਂਦੀਆਂ ਕਿ ਦੇ ਕਮ ਐਟ ਦੀ ਕਾਸਟ ਆਫ ਇਕਨੋਮਿਕ ਗਰੋਥ, ਬਟ ਦ ਫੈਕਟ ਇਜ਼ ਕਿ ਜੇ ਤੁਸੀਂ ਸਹੀ ਤਰੀਕੇ ਨਾਲ ਇੰਪਲੀਮੈਂਟ ਕਰੋ ਉਹ ਤੁਹਾਡੀ ਇਕਨੋਮਿਕ ਗਰੋਥ ਨੂੰ ਹੋਰ ਐਕਸਲਰੇਟ ਕਰ ਸਕਦੀਆਂ। ਹੁਣ ਇੱਕ ਜਿਹੜਾ ਇਨਵਾਇਰਨਮੈਂਟ ਹੈ ਉਹਦੇ ਕਾਸਟ ਸਿਰਫ ਬਹੁਤ ਹੀ ਮਲਟੀਫੋਲਡ ਹੁੰਦੇ ਨੇ। ਹੁਣ ਜਦੋਂ ਲੋਕਾਂ ਦੀ ਸਿਹਤ ਖਰਾਬ ਹੁੰਦੀ ਹੈ, ਉਹਨਾਂ ਦੀ ਪ੍ਰੋਡਕਟਿਵਿਟੀ ਲੋ ਹੁੰਦੀ ਹੈ। ਉਹਨਾਂ ਦੀ ਜੇ ਪ੍ਰੋਡਕਟਿਵਿਟੀ ਲੋ ਹੁੰਦੀ ਹੈ, ਤੁਹਾਡੀ ਇੰਡਸਟਰੀਅਲ ਕੈਪੈਸਿਟੀ, ਇੰਡਸਟਰੀਅਲ ਪ੍ਰੋਡਕਟਿਵਿਟੀ ਲੋ ਹੁੰਦੀ ਹੈ। ਇਹ ਸਾਰੀਆਂ ਚੀਜ਼ਾਂ ਦਾ ਅਸਰ ਫਿਰ ਤੁਹਾਡਾ ਕਾਸਟ ਆਫ ਪ੍ਰੋਵਾਈਡਿੰਗ ਹੈਲਥ ਬੈਨੀਫਿਟਸ ਟੂ ਯੂਰ ਸੋਸਾਇਟੀ ਬਿਕਮਸ ਹਾਇਰ। ਜਿਹੜਾ ਪੈਸਾ ਤੁਸੀਂ ਐਜੂਕੇਸ਼ਨ ਤੇ ਲਾ ਸਕਦੇ ਹੋ, ਜੇ ਤੁਹਾਡੀ ਸਿਹਤਾਂ ਚੰਗੀਆਂ ਹੋਣ, ਉਹ ਸਾਰਾ ਪੈਸਾ ਐਕਸਟਰਾ ਹੈਲਥ ਤੇ ਲੱਗਦਾ ਹੈ। ਲੋਕਾਂ ਦੀ ਜਿਹੜੀ ਇਕਨੋਮਿਕ ਸੇਫਟੀ ਹੈ ਉਹ ਇੰਪੈਕਟ ਹੁੰਦੀ ਹੈ। ਜੇ ਤੁਸੀਂ ਬਾਰ-ਬਾਰ ਬਿਮਾਰ ਹੁੰਦੇ ਹੋ, ਕਾਫੀ ਲੋਕੀ ਮੰਥ ਟੂ ਮੰਥ ਗੁਜ਼ਾਰਾ ਕਰਦੇ ਨੇ। ਮੈਂ ਸਿਰਫ ਡੇਲੀ ਦਿਹਾੜੀਦਾਰ ਦੇ ਉੱਤੇ ਤੇ ਬਹੁਤ ਹੀ ਵੱਡਾ ਰਿਸਕ ਹੈ। ਜਿਹੜੇ ਲੋਕੀ ਜੌਬ ਵੀ ਕਰਦੇ ਪਏ ਨੇ ਸਟਾਰਟਿੰਗ ਲੈਵਲ ਤੇ, ਜੂਨੀਅਰ ਲੈਵਲ ਤੇ, ਮਿਡਲ ਕਲਾਸ ਫੈਮਿਲੀਜ਼ ਦੀ ਗੱਲ ਕਰਾਂ, ਉਹਨਾਂ ਦੀ ਵੀ ਜੇ 3-3 4-4 ਮਹੀਨੇ ਸੈਲਰੀ ਨਾ ਆਵੇ ਤੇ ਇੱਕ ਬਿਮਾਰੀ ਉਹਨਾਂ ਨੂੰ ਵੀ ਬਹੁਤ ਡੈਟ ਦੇ ਅੰਦਰ ਲੈ ਆਉਂਦੀ ਹੈ। ਤਾਂ ਮੈਨੂੰ ਲੱਗਦਾ ਕਿ ਇਨਵਾਇਰਨਮੈਂਟ ਫੰਡਾਮੈਂਟਲ ਹੈ, ਕਿਉਂਕਿ ਆਪਾਂ ਰਹਿਣਾ ਇਨਵਾਇਰਨਮੈਂਟ 'ਚ, ਆਪਾਂ ਇਹਦੀ ਇੰਪੋਰਟੈਂਸ ਸਮਝਦੇ ਨਹੀਂ। ਅਸੀਂ ਇਨਸਾਨ ਨੂੰ ਹਰ ਡਿਸਕਸ਼ਨ ਦੇ ਸੈਂਟਰ ਤੇ ਰੱਖਿਆ ਹੋਇਆ, ਪਰ ਬੇਸਿਕਲੀ ਵੀ ਆਰ ਨਾਟ ਐਟ ਦੀ ਸੈਂਟਰ ਆਫ ਐਵਰੀਥਿੰਗ। ਇਨਵਾਇਰਨਮੈਂਟ ਹੈਗਾ ਤੇ ਅਸੀਂ ਹੈਗੇ ਹਾਂ, ਅਸੀਂ ਨਹੀਂ ਵੀ ਹੋਵਾਂਗੇ ਤੇ ਇਨਵਾਇਰਨਮੈਂਟ ਰਹੇਗਾ ਜੀ। ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ ਤੇ ਇਹਨੂੰ ਬਹੁਤ ਇੱਕ ਐਕਟੀਵਿਟੀ ਦੀ ਜਗ੍ਹਾ ਇਟ ਸ਼ੁੱਡ ਬੀ ਮੇਡ ਪਾਰਟ ਆਫ ਦੀ ਕਲਚਰ। ਹਰ ਥਾਂ ਤੇ ਇਹਦੀ ਅਵੇਅਰਨੈਸ, ਮੈਕਸਿਮਮ ਪੇੜ ਕਿੱਥੇ ਲਾਈ ਜਾਣ, ਫਰਟੀਲਾਈਜ਼ਰ ਦੀ ਯੂਟੀਲਾਈਜੇਸ਼ਨ ਕਿਵੇਂ ਕਰਨੀ ਹੈ, ਖੇਤੀ ਦੀ ਟੈਕਨੋਲੋਜੀ ਇਹੋ ਜਿਹੀ ਲਿਆਈ ਜਾਵੇ, ਇਹਨਾਂ ਨਾਲ ਕਿਸਾਨਾਂ ਦੇ ਕਾਸਟ ਵੀ ਘੱਟ ਹੋਣਗੇ, ਪ੍ਰੋਡਕਟਿਵਿਟੀ ਵੀ ਵਧੇਗੀ। ਕਿ ਕਿਵੇਂ ਮਿਨੀਮਮ ਯੂਜ਼ ਆਫ ਫਰਟੀਲਾਈਜ਼ਰ ਤੇ ਯੂਰੀਆ ਰੈਸ਼ਨਲੀ ਕਿਵੇਂ ਉਹਨੂੰ ਇਸਤੇਮਾਲ ਕਰਨਾ, ਲੌਜੀਕਲੀ। ਮਤਲਬ ਇਹ ਨਹੀਂ ਕਿ ਤੁਸੀਂ ਜੇ ਸਸਤਾ ਮਿਲਦਾ ਪਿਆ ਤੇ ਜਿੰਨਾ ਮਰਜ਼ੀ ਪਾਈ ਜਾਓ, ਇਹ ਨਹੀਂ ਹੋਣਾ ਚਾਹੀਦਾ। ਤੇ ਆਰਗੈਨਿਕ ਤਰੀਕੇ ਨਾਲ ਕਿੰਨੀ ਸਬਜ਼ੀਆਂ ਉਗਾਈਆਂ ਜਾ ਸਕਦੀਆਂ। ਫਿਰ ਇਹ ਸਾਡਾ ਜਿਹੜਾ ਸਾਈਕਲ ਚੱਲਦਾ ਪਿਆ, ਹਰ ਵਾਰੀ ਝੋਨਾ ਕਣਕ, ਸਾਨੂੰ ਇਸ ਤੋਂ ਵੀ ਨਿਕਲਣਾ ਪਏਗਾ। ਸਾਨੂੰ ਆਪਣੀ ਕ੍ਰੌਪ ਦੀ ਡਾਇਵਰਸੀਫਿਕੇਸ਼ਨ ਕਰਨੀ ਪੜੇਗੀ। ਸਾਨੂੰ ਹੋਰ ਵੀ ਜਿਹੜੇ ਕੈਸ਼ ਕ੍ਰੌਪਸ ਨੇ ਉਹ ਲਾਈਏ, ਰਾਈਟ, ਜਿਨ੍ਹਾਂ 'ਚ ਪਾਣੀ ਦੀ ਖਪਤ ਘੱਟ ਹੁੰਦੀ, ਉਹ ਕ੍ਰੌਪਸ ਲੈ ਕੇ ਆਈਏ। ਅਸੀਂ ਪਿਛਲੇ 30 ਸਾਲੀ ਚਾਲਾਂ 'ਚ ਆਪਣੇ ਇਨਵਾਇਰਨਮੈਂਟ ਦਾ, ਆਪਣੀ ਜ਼ਮੀਨਾਂ ਦਾ ਜੋ ਵੀ ਉਹਨਾਂ 'ਚ ਨਿਊਟ੍ਰੀਸ਼ਨ ਸੀ ਸਾਰੀ ਆਪਾਂ ਯੂਜ਼ ਕਰ ਚੁੱਕੇ ਹੋਏ। ਹੁਣ ਅਸੀਂ ਉਹਨਾਂ ਤੇ ਅਨਡਿਊ ਪ੍ਰੈਸ਼ਰ ਪਾ ਰਹੇ, ਆਪਣੀ ਧਰਤੀ ਦੇ ਉੱਤੇ ਅਨਡਿਊ ਪ੍ਰੈਸ਼ਰ ਪਾ ਰਹੇ। ਤੇ ਮੈਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਜੇ ਇਨਵਾਇਰਨਮੈਂਟਲੀ ਕੌਨਸ਼ੀਅਸ ਹੋ ਕੇ ਆਪਾਂ ਕਰਾਂਗੇ, ਆਪਣੇ ਆਪ ਉਹਦੇ ਰਿਜ਼ਲਟ ਵਧੀਆ ਆਉਣਗੇ। ਬਿਲਕੁਲ ਸਰ। ਪੰਜਾਬ ਸਰਕਾਰ ਤਾਂ ਕੰਮ ਕਰ ਰਹੀ ਹੈ ਸਰ, ਦੂਜੇ ਪਾਸੇ ਓਪੋਜੀਸ਼ਨ ਹੈ ਉਹ ਪੰਜਾਬ ਸਰਕਾਰ ਤੇ ਧੜਾਧੜ ਵਾਰ ਕਰਦੀ ਆ ਰਹੀ ਹੈ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਕਿ ਪੰਜਾਬ ਸਰਕਾਰ ਡੈਮੋਕ੍ਰੇਸੀ ਦੀ ਸਪਿਰਿਟ ਨਾਲ ਨਹੀਂ ਚੱਲ ਰਹੀ। ਦੇਖੋ, ਓਪੋਜੀਸ਼ਨ ਦਾ ਕੰਮ ਹੈ ਤੇ ਆਪਾਂ ਕੱਲ ਵੀ ਆਪੇ ਗੱਲ ਕਰਦੇ, ਬਸ ਸਵਾਲ ਵਧੀਆ ਪੁੱਛੋ ਜੀ, ਠੀਕ ਹੈ ਨਾ। ਉਹਨਾਂ ਦਾ ਜੋ ਕਹਿਣ ਦਾ ਭਾਵ ਹੈ, ਜੋ ਉਹਨਾਂ ਨੇ ਕੁਐਸਚਨ ਰੇਜ਼ ਕੀਤਾ ਹੈ ਕਿ ਰਾਘਵ ਚੱਡਾ ਨੂੰ ਚੇਅਰਮੈਨ ਕਿਉਂ ਅਪਾਇੰਟ ਕੀਤਾ ਗਿਆ, ਬਿਕੋਜ਼ ਡਿਸਪਾਈਟ ਹੀ ਨਾਟ ਬੀਇੰਗ ਚੋਜ਼ਨ ਬਾਈ ਪੀਪਲ ਆਫ ਪੰਜਾਬ, ਰਾਈਟ। ਦੇਖੋ, ਹੁਣ ਕੋਈ ਵੀ ਜਿਹੜੀ ਗਵਰਨਮੈਂਟ ਚੱਲਦੀ ਹੈ, ਮੈਂ ਵੈਸੇ ਕਾਂਗਰਸ ਤੋਂ ਸਵਾਲ ਪੁੱਛਣਾ ਚਾਹੁੰਦਾ ਕਿ ਕੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਦੋਂ ਕਿੰਨੇ ਚੂਜ਼ ਕੀਤਾ ਸੀ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ? ਉਹ ਇੱਥੇ ਇਲੈਕਸ਼ਨਾਂ 'ਚ ਜਿੱਤੇ ਸੀ। ਵਾਈ ਦੇ ਯੂਜ਼ ਟੂ ਡਿਕਟੇਟ ਐਵਰੀਥਿੰਗ। ਉਹਨਾਂ ਦੇ 4 ਬੰਦੇ ਆਉਂਦੇ ਸੀ ਇੱਥੇ 5 ਸਟਾਰ ਹੋਟਲਾਂ 'ਚ ਠਹਿਰਦੇ ਸੀ, ਸਾਰਾ ਕੁਛ ਉਹ ਹੀ ਮੈਨੇਜ ਕਰਦੇ ਸੀ, ਰਾਈਟ। ਦਾ ਸਿਰਫ ਫॉर द सेक ऑफ इट आई थिंक ਉਹ ਸਭ ਤੋਂ ਜ਼ਿਆਦਾ ਹੀ ਇਜ਼ ਮੇਕਿੰਗ ਦੀ ਮੋਸਟ ਨੋਇਸ
among the opposition leaders, but the point is ਕਿ ਉਹ ਜਿਹੜਾ noise ਹੈ ਖਹਿੜਾ ਜੀ ਜਿਹੜੇ ਸਵਾਲ ਪੁੱਛਦੇ ਪਏ ਨੇ ਕਿ ਉਹ ਰੈਲੇਵੈਂਟ ਨੇ, ਕਿ ਉਹ ਡੂ ਦੇ ਕਨੈਕਟ ਵਿਦ ਪੀਪਲ। ਇਹ ਗੱਲ ਉਹਨਾਂ ਨੂੰ ਹੁਣ ਸਮਝ ਲੈਣੀ ਚਾਹੀਦੀ ਹੈ ਕਿ ਬਈ ਤੁਸੀਂ ਐਜ਼ ਐਨ ਓਪੋਜੀਸ਼ਨ ਲੀਡਰ ਆਰ ਸਟਿਲ ਲੀਡਰ ਆਫ ਪੀਪਲ, ਯੂ ਸ਼ੁਡ ਕੰਟਰੀਬਿਊਟ ਪੋਜ਼ਿਟਿਵਲੀ, ਰਾਈਟ, ਐਂਡ ਇਟ ਇਜ਼ ਐਨ ਐਡਵਾਈਜ਼ਰੀ ਬੋਡੀ। ਜੇ ਤੁਹਾਨੂੰ ਲੱਗਦਾ ਹੈ ਕਿ ਬਈ ਕੋਈ ਡਿਸੀਜਨ ਮੇਕਿੰਗ ਜਾਂ ਕੋਈ ਐਨੀਥਿੰਗ ਇਜ਼ ਅਨਡੈਮੋਕ੍ਰੈਟਿਕ, ਯੂ ਸਪੈਸੀਫਿਕਲੀ ਪੁਆਇੰਟ ਦੈਟ ਆਊਟ। ਤੁਸੀਂ ਅਨਨੈਸੈਸਰੀ ਕੋਰਟਸ ਦੇ ਉੱਤੇ ਵੀ ਪ੍ਰੈਸ਼ਰ ਪਾਈ ਜਾਓ ਕਿ ਬਈ ਇਸ ਤਰ੍ਹਾਂ ਇਹ ਅਨਡੈਮੋਕ੍ਰੈਟਿਕ ਹੈ। ਐਡਵਾਈਜ਼ਰੀ ਕਮੇਟੀ ਆਪਾਂ ਕਈ ਵਾਰੀ ਗੱਲ ਕਰ ਚੁੱਕੇ, ਤੁਸੀਂ ਕੰਸਲਟੈਂਟ ਰੱਖ ਸਕਦੇ ਹੋ, ਐਡਵਾਈਜ਼ਰੀ ਕਮੇਟੀ ਬਣਾਈ ਜਾ ਸਕਦੀ ਹੈ, ਤੇ ਤੁਹਾਨੂੰ ਆਪਣੇ ਬੈਸਟ ਬ੍ਰੇਨ ਤੇ ਯੂਜ਼ ਕਰਨੇ ਆ ਨਾ। ਬਿਲਕੁਲ, ਦੇਖੋ ਸਾਡੇ ਐਮਐਲਏ ਕਾਫੀ ਨਵੇਂ ਆਏ ਨੇ, ਮੈਂ ਉਹਨਾਂ ਦੀ ਕਾਬਲੀਅਤ ਤੇ ਸ਼ੱਕ ਨਹੀਂ ਕਰਦਾ, ਪਰ ਐਕਸਪੀਰੀਅੰਸ ਤੇ ਘੱਟ ਹੈਗਾ ਹੀ ਹੈ, ਰਾਈਟ। ਜੇ ਤੁਸੀਂ ਐਡਮਿਨਿਸਟ੍ਰੇਟਿਵ ਲੈਵਲ ਤੇ ਚੀਜ਼ਾਂ ਕਰਨੀਆਂ ਹੈ ਤੇ ਤੁਹਾਡੇ ਕੋਲ ਸਰਟਨ ਲੋਕੀ, ਸਰਟਨ ਸ਼ਾਰਪ ਮਾਈਂਡ ਦੇ ਲੋਕੀ ਨੇ, ਸਰਟਨ ਐਕਸਪੀਰੀਅੰਸ ਵਾਲੇ ਲੋਕ, ਯੂਜ਼ them, ਠੀਕ ਹੈ ਨਾ, ਉਹਦਾ ਬੈਨੀਫਿਟ ਹੀ ਹੋਏਗਾ, ਰਾਈਟ। ਉਹਦੇ ਨਾਲ ਅਲਟੀਮੇਟਲੀ ਕਿਤੇ ਨਾ ਕਿਤੇ ਤੁਹਾਨੂੰ ਰਿਜ਼ਲਟ ਮਿਲਣੇ ਸ਼ੁਰੂ ਹੋਣਗੇ। ਬਿਲਕੁਲ ਸਰ, ਰਿਜ਼ਲਟ ਦੀ ਤੁਸੀਂ ਗੱਲ ਕੀਤੀ, ਰਿਜ਼ਲਟ ਦੇ ਵਿੱਚ ਇੱਕ ਚੰਗੀ ਖਬਰ ਵੀ ਆ ਰਹੀ ਹੈ ਪੰਜਾਬ ਦੇ ਲਈ ਕਿ ਪੰਜਾਬ ਦਾ GST ਕਲੈਕਸ਼ਨ ਹੈ ਜਿਹੜਾ ਪਿਛਲੇ ਸਾਲ ਦੇ ਇਸੇ ਕੁਆਟਰ ਦੇ ਕੰਪੈਰੀਜ਼ਨ 'ਚ ਬਹੁਤ ਵਧਿਆ, 25% ਦੇ ਲਗਭਗ ਵਧਿਆ ਸਰ। ਦੇਖੋ ਪੰਜਾਬ ਦਾ GST ਨੋ ਡਾਊਟ ਵਧਿਆ, ਐਤਕੀ ਰਫਲੀ 28% ਦੀ ਗਰੋਥ ਹੋਈ ਹੈ, 7200 ਕਰੋੜ ਦੇ ਲਾਗੇ ਸਾਡਾ ਇਸ ਲਾਸਟ ਕੁਆਟਰ ਦਾ ਹੋਇਆ ਜੀ। ਤੇ ਮੈਂ ਕਈ ਵਾਰੀ ਸੋਚਦਾ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਨੇ ਚੀਮਾ ਸਾਹਿਬ, ਉਹਨਾਂ ਦਾ ਦੁਨੀਆ ਦਾ ਸਭ ਤੋਂ ਡਿਫਿਕਲਟ ਜੌਬ ਉਹਨਾਂ ਨੂੰ ਸ਼ਾਇਦ ਮਿਲੀ ਹੋਈ ਆ ਕਿ ਪੰਜਾਬ ਜਿਹੜਾ ਇੰਨੇ ਡੈਟ ਦੇ ਅੰਡਰ ਹੈ, ਜਿਹਦੇ ਅੰਦਰ ਕੋਈ ਕਲੀਅਰ ਕੱਟ ਇਕਨੋਮਿਕ ਤੇ ਇੰਡਸਟਰੀਅਲ ਪਾਲਿਸੀ ਨਹੀਂ ਇੰਪਲੀਮੈਂਟਡ ਹੈਗੀ, ਜਿੱਥੇ ਕਾਫੀ ਇੰਡਸਟਰੀ ਇੱਥੋਂ ਦੇ ਲੋਕੀ ਪੰਜਾਬੀ ਇੱਥੋਂ ਜਾ ਕੇ ਬਾਹਰ ਮੂਵ ਕਰ ਚੁੱਕੇ ਨੇ, ਆਪਣੀਆਂ ਸੈਕਿੰਡ ਫੈਕਟਰੀਜ਼, ਨੈਕਸਟ ਪਲਾਂਟ ਜਿਹੜੇ ਮੇਜਰ ਹਾਊਸਿਸ ਸੀ ਉੱਥੋਂ ਮੂਵ ਕਰ ਚੁੱਕੇ ਨੇ। ਉਸ ਤੋਂ ਬਾਅਦ ਸਰਟਨ ਲਾਅ ਐਂਡ ਆਰਡਰ ਤੇ ਹੋਰ ਕਈ ਕਾਫੀ ਇਸ਼ੂਜ਼ ਨਾਲ ਉਹ ਜੂਝ ਕੇ ਮੈਨੂੰ ਲੱਗਦਾ ਕਿ ਜਿਹੜੀ ਦੁਨੀਆ ਦੀ ਸਭ ਤੋਂ ਮੁਸ਼ਕਿਲ ਜੌਬ ਹੋਏਗੀ, ਜਿਸ 'ਚ ਸਭ ਤੋਂ ਜ਼ਿਆਦਾ ਮਤਲਬ ਟੌਪ, ਮੈਂ ਕਹਿੰਦਾ ਕਿ ਜਿਹੜੇ ਫਾਈਨੈਂਸ ਦੇ ਟੌਪ ਐਕਸਪਰਟ ਵੀ ਉਹ ਜੌਬ ਲੈਣ ਤੋਂ ਘਬਰਾਉਣਗੇ, ਉਹ ਤੁਸੀਂ ਜੌਬ ਚੀਮਾ ਸਾਹਿਬ ਨੂੰ ਦਿੱਤੀ ਹੋਈ ਆ। ਤੇ ਆਈ ਐਮ ਹੈਪੀ ਕਿ ਬਈ ਇਹ ਗਰੋਥ ਹੋਈ ਆ, ਬਟ ਇਹਨੂੰ ਨਾ ਇੱਕ ਲਾਰਜਰ ਕੰਟੈਕਸਟ 'ਚ ਵੀ ਵੇਖਣ ਦੀ ਲੋੜ ਹੈ। ਇਟਸ ਅ ਪੋਜ਼ਿਟਿਵ ਸਟੈਪ, no denying about it, but lot more needs to be done। ਬੜੀਆਂ ਸਟਰੋਂਗ ਇੰਡਸਟਰੀਅਲ ਪਾਲਿਸੀਜ਼, ਆਪਾਂ ਤੁਸੀਂ ਕੰਪੈਰੀਜ਼ਨ ਕਰੋ, ਤੁਸੀਂ ਇੰਡੀਆ ਦੇ ਜਿਹੜੀ GST ਕਨੈਕਸ਼ਨ ਹੈ ਨਾ ਉਹਦੇ ਨਾਲ ਤੁਸੀਂ ਕੰਪੈਰੀਜ਼ਨ ਕਰੋ, ਆਪਾਂ ਪੂਰੇ ਇੰਡੀਆ ਦਾ ਰਫਲੀ 1.5% GDP, 1.6% GDP ਸਾਡਾ ਬਣਦਾ ਰਫਲੀ, ਜੇ ਕੈਲਕੂਲੇਸ਼ਨ ਕਰੋ ਕਿ ਅਸੀਂ ਸਿਰਫ 1.6% ਹੀ ਜੇ ਆਪਾਂ ਪਰ ਕੈਪੀਟਾ ਵੀ ਕਰੀਏ ਆਪਾਂ ਥੋੜਾ ਜਿਹਾ ਪਿੱਛੇ ਪੈ ਜਾਂਦੇ ਹਾਂ। ਮੈਨੂੰ ਲੱਗਦਾ ਕਿ ਸਾਨੂੰ ਪੰਜਾਬ ਨੂੰ ਇਨਸ਼ੋਰ ਕਰਨਾ ਚਾਹੀਦਾ ਕਿ ਇੱਥੇ ਇਨਫ ਇੰਡਸਟਰੀ ਆਵੇ, ਇਨਫ ਡਿਵੈਲਪਮੈਂਟ ਹੋਵੇ। ਸਾਡੀ ਜਿਹੜੀ ਐਗਰੀਕਲਚਰ ਵੀ ਹੈ, ਜੋ ਸਾਡੀ ਇੱਕ ਮੇਜਰ ਇੰਡਸਟਰੀ ਹੈਗੀ ਆ, ਉਹਦੀ ਵੀ ਜਿਹੜੀ ਹੈਗੀ ਆ ਨਾ ਵੈਲਿਊ ਚੇਨ 'ਚ ਉੱਤੇ ਆਉਣ, ਜਿਹੜਾ ਪਰ ਏਕੜ ਜਿਹੜੀ ਅਸੀਂ ਵੈਲਿਊ ਐਡ ਕਰਦੇ ਪਏ ਹਾਂ ਉਹਦੀ ਪ੍ਰੋਸੈਸਿੰਗ ਹੋਵੇ, ਜਿਹੜੀ ਕ੍ਰੌਪਸ ਜਿਸ ਤਰ੍ਹਾਂ ਦੀਆਂ ਆਪਾਂ ਉਗਾਉਂਦੇ ਪਏ ਹਾਂ ਉਹਦੇ ਨਾਲ ਸਾਡੀ ਪਰ ਕੈਪੀਟਾ ਇਨਕਮ ਵਧੇ ਤੇ GST ਕਲੈਕਸ਼ਨ ਆਪਣੇ ਆਪ ਉਹਦੇ ਨਾਲ ਵਧੇਗੀ। ਤੇ ਇਟਸ ਅ ਗੁੱਡ ਸਟੈਪ, ਬਟ ਇਟਸ ਦੀ ਸਟਾਰਟਿੰਗ ਪੁਆਇੰਟ। ਤੇ ਇਹ ਵੇਖਣਾ ਪਏਗਾ ਕਿ ਕੰਟੀਨਿਊਸਲੀ ਆਪਾਂ ਕੁਆਟਰ ਵਾਈਜ਼ ਕੀ ਕਰਦੇ ਹਾਂ ਤੇ ਅੱਗੇ ਕੀ ਫਰਦਰ ਗਰੋਥ ਕਰਦੇ ਹਾਂ। ਤੇ ਇਸ ਤਰ੍ਹਾਂ ਦੇ ਚੰਗੇ ਰਿਜ਼ਲਟਸ ਸਰਕਾਰ ਨੂੰ ਲਗਾਤਾਰ ਦੇਣੇ ਪੈਣਗੇ। ਬਿਲਕੁਲ ਮੈਂ ਬੜਾ ਖੁਸ਼ ਹਾਂ ਕਿ ਅੱਜ ਆਪਾਂ ਪੰਜਾਬ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਦੀ ਡਿਸਕਸ਼ਨ ਕਰਦੇ ਹਾਂ। ਆਪਾਂ ਹਮੇਸ਼ਾ ਕੀ ਕਿਹਾ ਕਿ ਪੰਜਾਬ ਪੋਜ਼ਿਟਿਵ ਲਿਸਟ ਤੋਂ ਨਿਕਲ ਕੇ ਨੈਗੇਟਿਵ ਲਿਸਟ 'ਚ ਆ ਗਿਆ ਹੋਇਆ ਸੀ, ਹਰ ਗੱਲ ਜੋ ਹੁੰਦੀ ਸੀ ਇਟ ਵਾਜ਼ ਨੈਗੇਟਿਵ। ਤੇ ਅੱਜ ਜੇ ਇੱਕ ਪੋਜ਼ਿਟਿਵ ਖਬਰ ਆਈ ਹੈ, ਇਹਨੂੰ ਸੈਲੀਬ੍ਰੇਟ ਕਰਨ ਦੀ ਲੋੜ ਹੈ, ਇਹਦੇ ਚੋਂ ਹੱਲਾਸ਼ਾਰੀ ਲੈਣ ਦੀ ਲੋੜ ਹੈ, ਇਹਦੇ ਨਾਲ ਸਾਰਿਆਂ ਨੂੰ ਇਨਕਰੇਜ ਹੋਣ ਦੀ ਲੋੜ ਹੈ ਕਿ ਪੰਜਾਬ ਇੱਕ ਡਾਇਰੈਕਸ਼ਨ ਵੱਲ ਤੁਰਿਆ ਹੈ, ਪਰ ਇਹਦੀ ਸਸਟੇਨੇਬਿਲਿਟੀ ਵੇਖਣੀ ਹੈ ਕਿ ਇਸ ਕਿਸ ਕਾਰਨ ਹੋਇਆ ਹੈ। ਸੋ ਕੀ ਪਾਲਿਸੀਜ਼ ਕਾਰਨ ਹੋਇਆ ਹੈ, ਵੀ ਹੈਵ ਟੂ ਵੇਟ ਐਂਡ ਵਾਚ, ਤੇ ਹੋਰ ਬਹੁਤ ਹੀ ਜ਼ਿਆਦਾ एफर्ट करने की लोड़ है। जी सर, 15 अगस्त आ रहा है, पूरा भारत इसकी सेलिब्रेशन में तैयारी कर रहा है सेलिब्रेशन के लिए, तो प्राइम मिनिस्टर मोदी भी कह रहे हैं कि हर घर पे एक झंडा लगाया जाए और हर एक इंसान अपनी प्रोफाइल पिक्चर पर ट्राई कलर लगाए। मेरे को लगता है बहुत अच्छा इनिशिएटिव है ये, हमारे यूथ में एक अच्छा मैसेज इनकलकेट, यूथ क्या सब में जब हम तिरंगे को देखते हैं हमारे अंदर एक पॉजिटिविटी आती है, एक जज्बा आता है, और वो जज्बा इंश्योर करता है, वो जज्बा हमारे अंदर एक ड्राइव क्रिएट करता है कि हम देश के लिए कुछ करें और हम अपने रोल में देश के लिए कैसे कर सकते हैं। अच्छी क्वालिटी का काम करें, मेहनत से काम करें, अपनी सेहत अच्छे रखें, अपनी कम्युनिटीज़ में कंट्रीब्यूट करें, राइट, अपना टैक्स भरें। तो जब पढ़ाई कर रहे हैं बच्चों में कैसा है कि पढ़ाई भी अच्छी क्वालिटी की करें कि कल को टॉप साइंटिस्ट, टॉप थिंकर, टॉप फिलोसफर, टॉप नेता बन के देश की सेवा करें। तो मेरे को लगता है कि नेशनलिज्म एक बहुत ही पॉजिटिव वर्ड है आजकल, हालांकि हमारे कुछ सो कॉल्ड लेफ्टिस्ट लिबरल थिंकर इसको एक नेगेटिव वर्ड बताते हैं, बट नेशनलिज्म इज अ स्ट्रॉन्ग फोर्स जो पूरे के पूरे देश को एक साथ आगे लेके जा सकती है। तो हम पंजाब टुडे के माध्यम से हम भी बोलना चाहेंगे कि हर घर तिरंगा हो, राइट, हम अपने तिरंगे का सम्मान करें और उससे जुड़ी जो वैल्यूज़ हैं, जो नेशनल वैल्यूज़ हैं, जो पैट्रियोटिज्म है, उसको उस फील को इम्बाइब करके, देखो हमारे सैनिक,
हमारे लिए कुर्बानियां दे रहे हैं, उनकी उस प्रोवाइडेड सिक्योरिटी की वजह से आज हम हमारे को जो काम है फ्रीडम से कर सकते हैं। अब हमारी रिस्पॉन्सिबिलिटी है जिस क्वालिटी से वो देश के लिए रक्षा कर रहे हैं उसी क्वालिटी से हम अपना हर काम करें, चाहे कोई लेखक है, चाहे कोई सिंगर है, चाहे कोई इंजीनियर है, चाहे कोई डॉक्टर है, और अगर टीचर है, बेस्ट क्वालिटी से हम अपना काम करेंगे तो देश अपने आप ही ऊपर जाता रहेगा। जिस भी तरीके से हम योगदान अपना डाल सकते हैं हमें डालना चाहिए। एब्सोल्युटली। सर 5G की बात हो रही है इंडिया में आने की, और उसके लिए बिडिंग शुरू हो चुकी है, और भारत के 2 रिचेस्ट मैन अडानी साहब और अंबानी साहब, जिनकी हमेशा चर्चा में रहते हैं जो, तो वो ही दौड़ में हैं 5G लेने के लिए। देखो, ये खबर को थोड़ा सा फाइन ट्यून करने की ज़रूरत है। जो जियो है, मींस अंबानी ग्रुप, जियो ग्रुप जो है वो 5G पब्लिक सर्विसेज में प्रोवाइड करते हैं। दे आर ऑलरेडी ए टेलीकॉम कंपनी थ्रू जियो, राइट? तो वो अलग लेवल की बिडिंग कर रहे हैं, उनको बहुत ज़्यादा स्पेक्ट्रम चाहिए। और जो अदानी ग्रुप ने जो 5G, ऑफ कोर्स देखो, खबर बनाने के लिए बड़ा अच्छा लगता है कि दुनिया के 2 सबसे अमीर लोग, भारत के 2 सबसे अमीर लोग आमने सामने, बट दैट इज नॉट द केस। जो अदानी ग्रुप है वो अपने इंटरनल इंफ्रास्ट्रक्चर को प्राइवेट नेटवर्क के थ्रू कनेक्ट करना चाहता है, ताकि उनकी जो भी कन्वर्सेशन हो, जो भी नेटवर्क हो, वो अपने तरीके से उसको मैनेज कर पाए। आज वो उस लेवल पे हैं, उनके साइलोस, उनके पोर्ट्स, उनकी जो भी अलग अलग बिजनेसेस हैं, चाहे उनके जो भी वेंचर्स होंगे, वो अपने प्राइवेट नेटवर्क से कनेक्ट करना चाहते हैं, वो इसलिए बिड कर रहे हैं। और ये बहुत बड़ी और स्मार्ट मूव है कि आज एक कंपनी इस लेवल पे पहुंच गई है कि उनको लगता है कि इट इज वर्थ फॉर देम टू बिड फॉर 5G नेटवर्क, ताकि वो अपना नेटवर्क प्राइवेटली मैनेज कर पाए। राइट। सर, पार्लियामेंट में चर्चा हुई रिसेशन की, तो फाइनेंस मिनिस्टर निर्मला सीतारमण जी, उन्होंने कहा कि भारत रिसेशन के दौर में नहीं है, और भारत के जो फंडामेंटल्स हैं वो पहले से ही इतने क्लियर थे और अच्छे थे कि भारत इस दौर में जब पूरी दुनिया रिसेशन की तरफ जा रही है तो भारत स्टेबल है। देखो, जो उन्होंने कहा है उस दैट इज एब्सोल्युटली राइट। सर्टन पार्ट्स उसके कि जहां पे आपकी 7% से ऊपर की ग्रोथ चल रही हो, राइट, तो रिसेशन वाला तो कोई सवाल नहीं है। इन्फ्लेशन आपकी अपने पीयर इकोनॉमीज में, देखो पीयर इकोनॉमीज होती हैं जो आपके साइज के आसपास हों, जो डेवलपमेंट में आपके आसपास हों, राइट, उनमें आपकी लोएस्ट इन्फ्लेशन चल रही है। स्पेशली जब ऐसा टाइट टाइम चल रहा है पूरी दुनिया पे, कोविड से हम निकले नहीं थे कि यूक्रेन वगैरह आ गया। आप कंपेयर कर लो, यूएस की इकोनॉमी पिछले 2 क्वार्टर्स में श्रिंक की है, चाइना की भी डेफिनेटली श्रिंक की है। 4000 के करीब चाइना के बैंक बंद हो रहे हैं, दे आर वेरी क्लोज टू डिफॉल्टिंग। इंडिया का जो नॉन परफॉर्मेंस असेट्स है, वो परफॉर्मिंग असेट्स हैं, वो डाउन, एनपीएस डाउन जाते जा रहे हैं रिलेटिवली। तो मेरे को लगता है कि काफी फ्रंट पे ये अच्छी न्यूज है। पर अगर वो कहते हैं जी प्रोबेबिलिटी 0 है, मैं इससे एग्री नहीं करता। कभी किसी चीज की प्रोबेबिलिटी 0 नहीं होती, राइट? एनीथिंग कैन हैपन, यू शुड ऑलवेज वर्क ऑन। इन्फ्लेशन तो है, और इन्फ्लेशन सिर्फ सप्लाई साइड की वजह से नहीं है, इन्फ्लेशन प्रोडक्टिविटी में कमी के कारण भी है। हमने लास्ट टाइम डिस्कस किया था पर एकड़ प्रोडक्शन ऑफ एग्रीकल्चर, फूड इन्फ्लेशन है, एनर्जी इन्फ्लेशन है, ये 2 मेजर फैक्ट्स हैं जो हमारी डे टू डे महंगाई को इम्पैक्ट करते हैं। सीजनैलिटी में चलो ये कम आ जाएंगे, पर ये बात तो फैक्ट है ना, प्रोडक्टिविटी में हम बाकी देशों से पीछे हैं। बिल्कुल, राइट, तो उसको तो इंप्रूव करने की जरूरत है। वेस्टेजेस हाई हैं, एनर्जी इंपोर्ट बहुत ज्यादा है। हमने रिन्यूएबल सोर्सेज, जितना सूरज हमारे यहाँ पे चमकता है, हमें उस पर बहुत ज्यादा फोकस करने की जरूरत है। अपने फाइनेंशियल इंस्टीट्यूट्स को और स्ट्रॉन्ग करने की जरूरत है। देखो, आप कंपेयर कर लो अपने आप को पूरी दुनिया से, नो डाउट इस वक्त वी आर वन ऑफ द शाइनिंग लाइट्स, और वो लॉन्ग टर्म में हमें हेल्प करेगा। पर जैसे जैसे वहां पे रिसेशन और डीप होगी, उसका हम पे भी असर आना शुरू होगा। इसकी वे आउट सिर्फ एक है, स्ट्रॉन्ग इंफ्रास्ट्रक्चर, आत्मनिर्भर भारत, जितनी इंपोर्ट सब्स्टिट्यूशन वो कर पाए, और प्रोडक्टिविटी इंक्रीज कैसे होगा? हमारे लोगों को स्किल्स बेटर देके, उनको बेस्ट एक्सपोजर देके, हमारे यहाँ पे एक वो कल्चर बना के कि हर काम क्वालिटी करना है। अगर आप सबसे बड़ी देशभक्ति वो है कि आपको जो काम दिया है आप पूरे मन से और मेहनत से और बेस्ट क्वालिटी का करें। जब हम कैजुअल काम करते हैं ना, वो भी एक छोटा मोटा देश के खिलाफ ही है चीज, राइट? तो मेरे को ये लगता है कि हम सबको ये लेसन लेना चाहिए कि वी हैव टू गिव आवर बेस्ट, वी हैव टू इंक्रीज आवर प्रोडक्टिविटी। जी, तो भारत को खुशी तो मनानी चाहिए कि इन्फ्लेशन ज़्यादा नहीं है या रिसेशन में हम नहीं जा रहे, पर इसका फिक्र ज़रूर करना चाहिए कि हमें प्रोडक्टिविटी कैसे बढ़ानी है। बिल्कुल, मतलब यूट्यूब पे या चैनल पे वीडियो देखो, उसमें से अच्छे लेसन लो, और उसके बाद अपने काम पे लग जाओ, बस स्क्रॉल मत करते रहो। जी सर, अल ज़वाहिरी अलकायदा के जो चीफ थे, उनको मार गिराया है CIA ने,
दावा है और जो बाइडन ने सेलिब्रेट करना शुरू कर दिया? देखो, अल-कायदा एक ग्लोबल टेररिस्ट ऑर्गेनाइजेशन है जिसको पाकिस्तान से, अफगानिस्तान से सपोर्ट मिली है हमेशा जी। और ये बहुत बड़ी विक्ट्री है, और अब इसका मेजर इम्पैक्ट ये है कि देखो वो काबुल के अंदर थे। अल-कायदा के जो पहले चीफ थे ओसामा बिन लादेन, वो अबोटाबाद में पाकिस्तान के अंदर थे, बिल्कुल आर्मी कैंटोनमेंट के साथ, राइट। आप सोच सकते हैं कि पाकिस्तान किस तरह से अल-कायदा को सपोर्ट करता रहा है। अब जो दूसरे हैं वो काबुल के अंदर उनका घर था, तो इसका मतलब क्लियरली जो तालिबान गवर्नमेंट है उनकी सपोर्ट उनको अवेलेबल है। अब ये जो अटैक है जो तालिबान और यूएस के रिलेशंस पर भी इम्पैक्ट डालेगा, पर आप तालिबान पे रिलाई नहीं कर सकते, वहां पे बहुत ही दे आर कॉम्प्रोमाइज्ड, और वो इस वो इस फिलॉसफी में बिलीव करते हैं कि थ्रू गन प्रॉब्लम सॉल्व होगी। जो बनी ऑर्गेनाइजेशन इस तरह से है, जो इस तरह की, जिनकी नींव इस तरह की है, वहां से वो टेररिस्ट को ही तो प्रोटेक्शन देंगे। तो मेरे को लगता है कि ऑल्दो इट्स अ मेजर ब्रेक थ्रू फॉर CIA और अल-कायदा के ऊपर भी इसका असर पड़ेगा, पर मेरे को लगता है अमेरिका ने जो अफगानिस्तान के लोगों के साथ किया है वो हिस्ट्री याद रखेगी कि उन्होंने अफगानिस्तान के लोगों से बहुत अन्याय किया है, उनको तालिबान के हाथों में छोड़ के अपना पल्ला झाड़ा है, और जिस पर्पस से वो आए थे डेमोक्रेसी एस्टेब्लिश करने के लिए, उन्होंने वहां पे बिल्कुल ही एक इस्लामिक स्टेट बना दी है। जी सर, टेररिज्म की बात हुई और पाकिस्तान का भी नाम आया, तो पाकिस्तान में जैसे फंडिंग की बात होती है या किसी भी इलेक्शन की बात होती है, तो कहीं ना कहीं सवाल उठते हैं। अब भी सवाल उठे हैं, इलेक्शन कमीशन ने PTI को, जो इमरान खान की पार्टी है, उसकी फंडिंग पर सवाल उठाए हैं। देखो, जो उनकी फंडिंग आई है दैट इज नॉट एज पर द नॉर्म्स, सो दे हैव टू आंसर देयर ओन इलेक्शन कमीशन, राइट। बट जो पाकिस्तान के लीडर्स हैं दे आर इन कहूट्स विद ये, तो जो दो चार जो कंपनीज और जिनके नाम ले रहे हैं, ये तो फिर बड़ी रिस्पेक्टेबल सोर्सेज हैं, मतलब रेगुलेटरी फ्रेमवर्क में नहीं आती होंगी, अनाउंस नहीं की होंगी, पर दे हैव बीन टेकिंग मनी, पाकिस्तानी लीडर्स हैव बीन टेकिंग मनी फ्रॉम टेररिस्ट ऑर्गेनाइजेशंस। सो जिनको फंडिंग ही इस तरह की सोर्सेज से मिल रही है, जिन नेशनल पार्टीज को, आप इमेजिन करिए कि उनकी नेशनल पॉलिसीज क्या बनेंगी, क्या वो प्रो डेमोक्रेसी बन सकती हैं, राइट। सो अगेन दिस नीड्स टू बी लिंक्ड। और मैं आपको बात बता दूं कि पाकिस्तान एज अ नेशन इज डिस्टेबलाइजिंग। अभी उनके एक लेफ्टिनेंट जनरल का हेलीकॉप्टर पे बलूचिस्तान लिबरेशन आर्मी ने अटैक करके हेलीकॉप्टर मार, वो अपने ही देश के जो सो कॉल्ड देश, हालांकि लोग बलूचिस्तान पाकिस्तान का पार्ट नहीं बनना चाहता है, राइट, तो वो अपने ही देश के लोगों पे उनकी आर्मी जुल्म ढाती है, उनके ऊपर एयरक्राफ्ट से, गन से अटैक करती है। तो जहां की आर्मी अपने देश के लोगों पे जुल्म ढा रही है और वहां के लोग अपने देश के जनरल का हेलीकॉप्टर उड़ा रहे हैं, जिसकी काफी हद तक, हालांकि क्लियर कट कंफर्मेशन नहीं है, बट बड़े स्ट्रॉन्ग सस्पिशन है कि उनके हेलीकॉप्टर को ऐसे अटैक करके बलूचिस्तान लिबरेशन आर्मी के लोगों ने ही मार गिराया जी। तो जहां पे ये सिचुएशन है, वो देश बहुत जल्दी टुकड़े टुकड़े होने वाला है। शुक्रिया सर इनसाइट्स के लिए। इसी तरह के इनसाइट्स और मीनिंगफुल डिस्कशन के लिए देखते रहिए इनसाइट्स विद विशाल सूद।